बिस्मिल्लाहिर्रहमानिर्रहीम। अस्सलाम वालेकुम प्यारे साथियों, इस वीडियो में हरजीत सिंह ने फिर मोदी को निशाना बनाया है और इंडिया की फौज के भी पोल खोले हैं कि वो किस तरह भूखे नंगे मर रहे हैं। इसके अलावा इंडिया की इकानमी के बारे में भी तफसीलात से आगाह किया है। बाकी बातें आप हरजीत सिंह की ज़ुबानी खुद ही सुन लीजिएगा और वीडियो पसंद आए तो ज़्यादा से ज़्यादा लाइक कीजिएगा, शेयर कीजिएगा और कमेंट्स में अपनी राय ज़रूर दें और ख़ास तौर पर मेरे चैनल के बारे में भी अपनी कोई राय दिया करें और मेरी जो अपनी वीडियोज़ हैं उन्हें भी ज़रा ध्यान से देखा करें। आपका बहुत शुक्रिया। हाँ जी, अस्सलाम वालेकुम, सत श्री अकाल, नमस्कार ते दंगे मातरम साथियों। आप सभी साथियों को आज मैं लाल सलाम पेश करता हूँ, कबूल कीजिए। लाल सलाम ਤਾਂ ਕੀਤੀ ਆ ਅੱਜ ਤੁਹਾਨੂੰ ਲਾਲ ਸਲਾਮ ਵਾਲਿਆਂ ਨੂੰ ਵਿਚਾਰਿਆਂ ਨੂੰ ਨਾ ਬੜੀ ਉਹਨਾਂ ਦੀ ਸਾੜ ਸਤੀ ਚੱਲਦੀ ਪਈ ਆ। ਉਹਨਾਂ ਦੇ ਰਾਹੂ ਦੇ ਵਿੱਚ ਕੇਤੂ ਫਸ ਗਿਆ ਆ, ਸ਼ਨੀ ਦੇ ਵਿੱਚ ਮੰਗਲ ਫਸ ਗਿਆ ਆ, ਪਤਾ ਨਹੀਂ ਸ਼ੁੱਕਰ 'ਚ ਬੁੱਧ ਫਸਿਆ ਹੋਇਆ ਆ, ਕੀ ਹਿਸਾਬ ਕਿਤਾਬ ਆ। ਉਹਨਾਂ ਵਿਚਾਰਿਆਂ ਨਾਲ ਬਹੁਤ ਧੱਕਾ ਹੋ ਰਿਹਾ ਆ। ਐਕਚੁਅਲੀ ਇਹ ਲਾਲ ਸਲਾਮ ਵਾਲੇ ਵੀ ਆ, ਜਿਹੜੇ ਲਾਲ ਸਲਾਮ ਵਾਲੇ ਵੀ ਜਦੋਂ ਇਹ ਵੀ ਗਵਰਨਮੈਂਟ ਦੀ ਸਪੋਰਟ ਦੇ ਵਿੱਚ ਸੀ ਨਾ ਤੇ ਗਵਰਨਮੈਂਟ ਇਹਨਾਂ ਦੇ ਹੱਥਾਂ 'ਚ ਖੇਡਦੀ ਪਈ ਸੀ, ਉਦੋਂ ਇਹ ਵੀ ਕਿਸੇ ਨੂੰ ਕੁਝ ਨਹੀਂ ਸੀ ਜਾਣਦੇ, ਟਿੱਚ ਜਾਣਦੇ ਸੀ। 84 ਦੇ ਵਿੱਚ ਜਦੋਂ ਅੰਮ੍ਰਿਤਸਰ ਉੱਥੇ ਦਰਬਾਰ ਸਾਹਿਬ ਅਟੈਕ ਹੋਇਆ ਸੀ ਨਾ ਤੇ ਲਾਲ ਸਲਾਮ ਵਾਲੇ ਕਹਿੰਦੇ ਸੀ ਵੀ ਕੋਈ ਗੱਲ ਨਹੀਂ, ਵੀ ਸਿੱਖਾਂ ਕੋਲ ਤਾਂ ਵਾਧੂ ਪੈਸਾ ਆ, ਕਿੱਡੀ ਕੁ ਗੱਲ ਆ, ਗੁਰਦੁਆਰੇ ਢਹਿ ਗਏ, ਅਕਾਲ ਤਖਤ ਢਹਿ ਗਿਆ ਆ ਤੇ ਵੀ ਇਹ ਫਿਰ ਬਣਾ ਲੈਣਗੇ, ਵੀ ਇਹ ਬਿਲਡਿੰਗ ਹੀ ਆ, ਚਲੋ ਇਹਨਾਂ ਵਾਸਤੇ ਉਹ ਬਿਲਡਿੰਗ ਆ, ਸਾਡੇ ਵਾਸਤੇ ਉਹ ਸਭ ਕੁਝ ਆ। ਲਾਲ ਸਲਾਮ ਵਾਲਿਆਂ ਨਾਲ ਧੱਕਾ ਹੋ ਰਿਹਾ ਆ। ਅਸੀਂ ਇਹਨਾਂ ਵਰਗੇ ਨਹੀਂ ਵੀ ਇਹਨਾਂ ਦੇ ਹੱਕ ਦੇ ਵਿੱਚ ਨਾ ਖਲੋਈਏ ਤੇ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਆ ਵੀ ਭਾਈ ਇਹਨਾਂ ਨਾਲ ਧੱਕਾ ਹੋ ਰਿਹਾ ਆ। ਯੂਨੀਵਰਸਿਟੀਆਂ ਦੇ ਵਿੱਚ ਵੀ ਉਂਝ ਵੀ ਇਹਨਾਂ ਨੂੰ ਮਤਲਬ ਅਰਬਨ ਨਕਸਲ ਕਹਿੰਦੇ ਆ, ਕਿਉਂਕਿ ਹੁਣ ਉਹ ਮਾਹੌਲ ਇਹੋ ਜਿਹਾ ਚੱਲਦਾ ਪਿਆ ਆ ਨਾ ਵੀ ਜਿਹੜਾ ਬੀਜੇਪੀ ਦੇ ਹੱਕ ਦੇ ਵਿੱਚ ਨਹੀਂ ਉਹ ਦੇਸ਼ ਧਰੋਹੀ ਆ। ਤੇ ਲਾਲ ਸਲਾਮ ਵਾਲੇ ਵੀ ਵਿਚਾਰੇ ਬੀਜੇਪੀ ਦੇ ਖਿਲਾਫ ਆ, ਕਿਉਂਕਿ ਲਾਲ ਸਲਾਮ ਵਾਲਿਆਂ ਦੀ ਜਿਹੜੀ ਆਈਡੀਓਲੋਜੀ ਆ ਉਹ ਤਾਂ ਉਂਝ ਹੀ ਹੁਣ ਆਖਰਲੇ ਸਾਹਾਂ ਤੇ ਆ। ਜਦੋਂ ਇਹਨਾਂ ਦਾ ਕੰਮ ਨਵਾਂ ਚੱਲਿਆ ਸੀ ਨਾ ਕਮਿਊਨਿਸਟਾਂ ਦਾ, ਤੇ ਪੰਜਾਬ ਦੇ ਵਿੱਚ ਬੜਾ ਲੋਕਾਂ ਨੇ ਇਹਨਾਂ ਨੂੰ ਹੰਗਾਰਾ ਦਿੱਤਾ ਸੀ, ਪਰ ਇਹ ਮੁੜ ਕੇ ਮਜ਼ਹਬ ਦੇ ਖਿਲਾਫ ਹੀ ਹੋ ਗਏ। ਤੇ ਫਿਰ ਉਹ ਜਿਹੜੇ ਆਪਣੇ ਪੁਰਾਣੇ ਬਾਬੇ ਸੀ, ਬਜ਼ੁਰਗ ਸੀ, ਉਹ ਕਮਿਊਨਿਸਟਾਂ ਨੂੰ ਕਹਿੰਦੇ ਸੀ ਇਹ ਕਮਿਊਨਿਸਟ ਨਹੀਂ, ਇਹ ਕਮਿਊਨਿਸਟ ਆ। ਤੇ ਇਹਨਾਂ ਗੱਲਾਂ ਕਰਕੇ ਇਹਨਾਂ ਦਾ ਪੰਜਾਬ ਦੇ ਵਿੱਚੋਂ ਆਧਾਰ ਗਿਆ, ਜਾਣੀ ਕਿ ਇਹਨਾਂ ਦਾ ਬੇਸ ਖਤਮ ਹੋ ਗਿਆ। ਹਾਲਾਂਕਿ ਇਹ ਸੀ ਵੀ ਪੰਜਾਬ ਦੇ ਵਿੱਚ ਬੜੇ ਉਹ ਨੌਜਵਾਨ ਸੀ, ਜਦੋਂ ਹਾਲਾਤ ਖਰਾਬ ਰਹੇ ਉਹਨਾਂ ਵਿੱਚ ਬੜੇ ਕਮਿਊਨਿਸਟ ਜਿਹੜੇ ਸਰਗਰਮ ਮਤਲਬ ਖਾੜਕੂ ਸੀ, ਉਹ ਮੁੜ ਕੇ ਸਿੱਖ ਖਾੜਕੂਆਂ ਦੇ ਵਿੱਚ ਆਏ ਤੇ ਉਹਨਾਂ ਨੇ ਬੜੇ ਵੱਡੇ ਮਾਰ ਕੇ ਮਾਰੇ। ਅੱਛਾ ਚਲੋ ਹੁਣ ਅੱਜ ਆਪਾਂ ਗੱਲ ਕਰਨੀ ਆ, ਇੱਕ ਤਾਂ ਦਿੱਲੀ ਦੇ ਵਿੱਚ ਇਲੈਕਸ਼ਨ ਹੋ ਗਿਆ, ਕੱਲ ਵੋਟਾਂ ਪੈ ਗਈਆਂ ਤੇ ਉੱਥੇ ਵੋਟਾਂ ਪੈ ਗਈਆਂ, ਪਰ ਤੁਸੀਂ ਇਹ ਵੇਖੋ ਵੀ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਬੀਜੇਪੀ ਨੇ ਕਿਹੜਾ ਹੱਥ ਕੰਡਾ ਨਹੀਂ ਵਰਤਿਆ। ਸਭ ਤੋਂ ਜ਼ਿਆਦਾ ਪਾਕਿਸਤਾਨ ਨੂੰ ਤਾਂ ਐ ਧਿਆਉਂਦੇ ਆ ਵੀ ਮੈਨੂੰ ਲੱਗਦਾ ਆ ਵੀ ਜੇ ਕਿਤੇ ਇਹ ਭਗਵਾਨ ਦਾ ਨਾਂ ਲੈਣ ਨਾ, ਜਿੰਨਾ ਇਹ ਪਾਕਿਸਤਾਨ ਦਾ ਨਾਂ ਲੈਂਦੇ ਆ, ਮੈਨੂੰ ਲੱਗਦਾ ਸਵੈਮ ਸ਼ਿਵਜੀ ਮਹਾਰਾਜ ਜੀ ਪ੍ਰਗਟ ਹੋ ਜਾਣ ਵੀ ਬੋਲੋ ਬੱਚਾ ਕਿਆ ਚਾਹੀਏ। ਪਰ ਇਹ ਆ ਵੀ ਇਹਨਾਂ ਨੂੰ ਹੁਣ ਇੱਕ ਇਹਨਾਂ ਨੇ ਹੋਰ ਬੜਾ ਇਹਦੇ ਵਿੱਚ ਯੂਜ਼ ਕੀਤਾ, ਬਿਰਿਆਨੀ, ਵੀ ਬਿਰਿਆਨੀ ਖਵਾ ਰਹੇ ਆ ਜਿਹੜੇ ਪ੍ਰੋਟੈਸਟਰ ਆ ਉਹਨਾਂ ਨੂੰ, ਆਪੋਜੀਸ਼ਨ ਵਾਲੇ। ਤੇ ਫਿਰ ਜਿੰਨੇ ਇਹਨਾਂ ਦੇ ਮੇਨ ਲੀਡਰ ਸੀ ਸਣੇ ਅਮਿਤ ਸ਼ਾਹ, ਮੋਦੀ ਜੀ, ਹੋਰ ਜਿੰਨੇ ਕੇਂਦਰੀ ਮਿਨਿਸਟਰ ਸੀ, ਉਹਨਾਂ ਨੇ ਸੈਂਟਰ ਦੇ ਮਿਨਿਸਟਰਾਂ ਨੇ ਆ ਕੇ ਬਹੁਤ ਧੂਆਂਧਾਰ ਪ੍ਰਚਾਰ ਕੀਤਾ, ਜਾਣੀ ਕਿ ਦਿੱਲੀ ਨੂੰ ਗੰਧਲੀ ਕਰ ਦਿੱਤਾ। ਦਿੱਲੀ ਦੇ ਉੱਤੇ ਐ ਟੁੱਟ ਪਏ ਜਿਵੇਂ ਉਹ ਮੱਛਰ ਨਹੀਂ ਉਹ ਮਲੇਰੀਆ ਵਾਲਾ ਟੁੱਟਦਾ ਹੁੰਦਾ, ਉਵੇਂ ਇਹਨਾਂ ਨੇ ਉੱਥੇ ਮੁੱਦੇ ਤਾਂ ਕੁਝ ਹੋਰ ਸੀ ਵੀ ਆਪ ਗਵਰਨਮੈਂਟ ਨੇ ਬੜੇ ਵਧੀਆ ਕੰਮ ਕੀਤੇ ਸੀ। ਹਾਲਾਂਕਿ ਮੈਂ ਉਹਨਾਂ ਦਾ ਸਮਰਥਕ ਨਹੀਂ, ਪਰ ਉਹਨਾਂ ਨੇ ਵਧੀਆ ਕੰਮ ਕੀਤੇ ਸੀ ਐਜੂਕੇਸ਼ਨ ਤੇ ਹੋਰ ਮਤਲਬ ਹਸਪੀਟਲ, ਸਿਹਤ, ਸਾਰਾ ਕੁਝ ਉਹਨਾਂ ਨੇ ਬੜਾ ਵਧੀਆ ਕੀਤਾ ਸੀ। ਉਹਨਾਂ ਨੇ ਆਲਮੋਸਟ 23% ਦਿੱਲੀ ਦਾ ਬਜਟ ਐਜੂਕੇਸ਼ਨ ਤੇ ਲਾਇਆ ਤੇ ਉਹ ਇੰਡੀਆ ਦੀ ਇੱਕ ਪਹਿਲੀ ਗਵਰਨਮੈਂਟ ਆ ਦਿੱਲੀ ਸਟੇਟ ਦੀ ਜਿਹਨੂੰ ਕੈਗ ਨੇ ਕਿਹਾ ਵੀ ਇਹ ਪ੍ਰੋਫਿਟ ਦੇ ਵਿੱਚ ਆ, ਇੰਨੀਆਂ ਸਹੂਲਤਾਂ ਦੇ ਕੇ ਵੀ ਲੋਕਾਂ ਨੂੰ ਫ੍ਰੀ ਬਿਜਲੀ ਪਾਣੀ। ਤੇ ਪਰ ਇਹਨਾਂ ਨੇ ਉੱਥੇ ਮੁੱਦਾ ਹੀ ਹੋਰ ਬਣਾ ਦਿੱਤਾ। ਇਹਨਾਂ ਨੇ ਸ਼ਹੀਨ ਬਾਗ ਨੂੰ ਉੱਥੇ ਕਰ ਦਿੱਤਾ ਜੀ, ਜਿਹੜੇ ਸ਼ਹੀਨ ਬਾਗ ਦੇ ਵਿੱਚ ਪ੍ਰੋਟੈਸਟਰ ਆ ਉਹ ਦੇਸ਼ ਤੋੜਨਾ ਚਾਹੁੰਦੇ ਆ ਤੇ ਉਹਦੀ ਸਪੋਰਟ ਦੇ ਵਿੱਚ ਆਪ ਵਾਲੇ ਮਤਲਬ ਵੀ
ਉਹਨਾਂ ਨੂੰ ਉੱਥੋਂ ਖਦੇੜਦੇ ਕਿਉਂ ਨਹੀਂ ਪਏ ਵੀ ਉਹ ਲੋਕਾਂ ਵਾਸਤੇ ਰੁਕਾਵਟਾਂ ਖੜੀਆਂ ਕੀਤੀਆਂ ਆ, ਉਹਨਾਂ ਨੇ ਰਸਤੇ 'ਚੋਂ ਲੰਘਿਆ ਨਹੀਂ ਜਾਂਦਾ ਇਸ ਤਰ੍ਹਾਂ ਉਸ ਤਰ੍ਹਾਂ। ਹਾਲਾਂਕਿ ਦਿੱਲੀ ਪੁਲਿਸ ਤਾਂ ਸੈਂਟਰ ਗਵਰਨਮੈਂਟ ਦੇ ਅੰਡਰ ਆ ਤੇ ਆਮ ਆਦਮੀ ਪਾਰਟੀ ਦੇ ਤਾਂ ਉੱਥੇ ਕੁਝ ਹੈ ਨਹੀਂ, ਪਰ ਇਹਨਾਂ ਨੇ ਪੂਰਾ ਜ਼ੋਰ ਸ਼ੋਰ ਨਾਲ ਜਿੰਨੀ ਵੀ ਨਫ਼ਰਤ ਇਹਨਾਂ ਤੋਂ ਫੈਲਾਈ ਜਾ ਸਕਦੀ ਫੈਲਾਈ ਇਹਨਾਂ ਨੇ। ਤੁਸੀਂ ਇਹ ਵੇਖੋ ਵੀ ਜਿਹੜੇ ਸਟੇਟ ਹੈਗੇ ਸੀ ਫਾਈਨੈਂਸ ਮਿਨਿਸਟਰ ਠਾਕਰ ਸਾਹਿਬ, ਉਹ ਆ ਕੇ ਉੱਥੇ ਨਾਅਰੇ ਲਵਾਉਂਦੇ ਪਏ ਆ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ। ਤੇ ਇਹਨਾਂ ਵਾਸਤੇ ਦੇਸ਼ ਦੇ ਗਦਾਰ ਉਹ ਆ ਜਿਹੜੇ ਬੀਜੇਪੀ ਦੇ ਵੋਟਰ ਨਹੀਂ ਤੇ ਬੀਜੇਪੀ ਦੀ ਹਾਂ ਦੇ ਵਿੱਚ ਹਾਂ ਨਹੀਂ ਮਿਲਾਉਂਦੇ। ਫਿਰ ਉਧਰੋਂ ਯੋਗੀ ਸਾਹਿਬ ਆ ਗਏ। ਯੋਗੀ ਸਾਹਿਬ ਤਾਂ ਸੁੱਖ ਨਾਲ ਤੁਹਾਨੂੰ ਪਤਾ ਹੀ ਆ ਵੀ ਇੱਕ ਤਾਂ ਉਹਨਾਂ ਦਾ ਚਿਹਰਾ ਵੇਖ ਕੇ ਕੋਈ ਚੀਜ਼ ਹੋਰ ਜਹਿਨ ਦੇ ਵਿੱਚ ਆ ਜਾਂਦੀ ਆ, ਦਿਮਾਗ ਹੋਰ ਪਾਸੇ ਘੁੰਮਣ ਲੱਗ ਪੈਂਦਾ ਆ। ਉਹ ਕਹਿੰਦੇ ਵੀ ਹਾਂਜੀ ਅਸੀਂ ਜੇ ਬੋਲੀ ਨਾਲ ਨਾ ਮੰਨਣਗੇ ਤੇ ਅਸੀਂ ਗੋਲੀ ਮਾਰਾਂਗੇ, ਕਿਉਂਕਿ ਉਹਨਾਂ ਨੇ ਯੂਪੀ ਦੇ ਵਿੱਚ ਬੜਾ ਜ਼ਿਆਦਾ ਨੁਕਸਾਨ ਕੀਤਾ, ਬੜਾ ਜ਼ਿਆਦਾ ਉਹਨਾਂ ਨੇ ਖਾਸ ਕਰਕੇ ਮਿਨੋਰਟੀ ਲੋਕਾਂ ਦੇ ਘਰਾਂ ਦੇ ਵਿੱਚ, ਮੁਸਲਮਾਨ ਦੇ ਘਰਾਂ ਦੇ ਵਿੱਚ ਵੜ ਕੇ ਭੰਨ ਤੋੜ ਕੀਤੀ ਤੇ ਆਪਦੇ ਬੰਦਿਆਂ ਤੋਂ ਆਪ ਨੁਕਸਾਨ ਕਰਾ ਕੇ ਬਾਅਦ ਚ ਗਵਰਨਮੈਂਟ ਵੱਲੋਂ ਆਮ ਲੋਕਾਂ ਨੂੰ ਨੋਟਿਸ ਭੇਜ ਦਿੱਤੇ ਵੀ ਤੁਸੀਂ ਆਹ ਚੀਜ਼ਾਂ ਤੋੜੀਆਂ ਭੰਨੀਆਂ ਸਾੜ ਫੂਕ ਕੀਤੀ ਆ ਤੇ ਤੁਹਾਨੂੰ ਆ ਉਹਦਾ ਹਰਜਾਨਾ ਆ ਉਹਦਾ ਭਰੋ। ਜਾਣੀ ਕਿ ਕੁੱਲ ਮਿਲਾ ਕੇ ਇਹ ਆ ਵੀ ਦਿੱਲੀ ਇਲੈਕਸ਼ਨ ਦੇ ਵਿੱਚ ਬੀਜੇਪੀ ਨੇ ਉਹ ਜ਼ੋਰ ਲਾਇਆ ਜਿਹਨੂੰ ਪੰਜਾਬੀ ਦੇ ਵਿੱਚ ਕੋਈ ਚੀਜ਼ ਕਹਿੰਦੇ ਹੁੰਦੇ ਆ ਵੀ ਉਹ ਜ਼ੋਰ ਲਾਇਆ, ਮੈਂ ਉਹਦਾ ਨਾਂ ਨਹੀਂ ਲੈ ਸਕਦਾ। ਤੇ ਹੁਣ ਵੇਖੋ ਬਣਦਾ ਕੀ ਆ। ਜੇ ਮੈਨੂੰ ਲੱਗਦਾ ਤਾਂ ਐਂ ਹੀ ਆ ਵੀ ਬੀਜੇਪੀ ਜਿਹੜੀ ਆ ਉਹ ਘਾਟੇ 'ਚ ਜਾਊਗੀ, ਕਿਉਂਕਿ ਦਿੱਲੀ 'ਚ ਬੜੇ ਸਿਆਣੇ ਲੋਕ ਵੱਸਦੇ ਆ ਤੇ ਉਹਨਾਂ ਨੂੰ ਆਪਦੇ ਕਾਰੋਬਾਰਾਂ ਨਾਲ ਸਰੋਕਾਰ ਆ ਤੇ ਆਪਦੇ ਰੋਜ਼ਮਰਾ ਦੀ ਜ਼ਿੰਦਗੀ ਨਾਲ। ਤੇ ਬਾਕੀ ਵੇਖੋ बीजेपी है तो मुमकिन है, मोदी है तो मुमकिन है, कई कुछ ये करते आ। जानी कि इन्हों ने पूरा पाकिस्तान का नाम वरत्या भी ऐ विखाया भी जे तुसी बीजेपी के खिलाफ जे वोट पाओगे किसी होर पार्टी नूं ते वो वोट पाकिस्तान नूं जानी आ। इन्ने ये बशर्म आ। मोदी साहब जिहड़े आ उन्हां दा हिसाब किताब हुण होर हो गया आ। पहलां वो कहिंदे हुंदे सी भी बंब चला दिओ, अग लगा दिओ, दंगे करा दिओ, आह करा दिओ, ओह करा दिओ। अजकल उन्होंने ये काम फड़ लिया आ भी सारा कुछ वेच दिओ। जो भी कुछ आ पिछले 17-72 सालों च जो अदारे बने सी ना, बड़े सियाने लोग सी जिन्हां ने देश नूं बिल्ड कीता सी ते ਉਹ ਹੁਣ ਕਹਿੰਦੇ ਆ ਵੀ ਸਭ ਕੁਝ ਵੇਚ ਦਿਓ, ਆਹ ਵੀ ਵੇਚ ਦਿਓ, ਉਹ ਵੀ ਵੇਚ ਦਿਓ। ਰਿਜ਼ਰਵ ਬੈਂਕ ਤੋਂ ਬੜੇ ਜ਼ਿਆਦੇ ਪੈਸੇ ਲੈ ਲਏ। ਫਿਰ LIC ਆ, LIC ਭਾਰਤੀ ਬੀਮਾ ਨਿਗਮ, ਬੜਾ ਮਤਲਬ ਪ੍ਰੋਫਿਟ ਵਾਲਾ ਇਹ ਅਦਾਰਾ ਆ। ਬੜਾ ਜ਼ਿਆਦਾ ਇਹਨੇ ਮਤਲਬ ਦੇਸ਼ ਨੂੰ ਪ੍ਰੋਫਿਟ ਕਮਾ ਕੇ ਦਿੱਤਾ। ਪਰ ਨਾ ਬੀਜੇਪੀ ਨੂੰ ਇਹ ਚੀਜ਼ਾਂ ਥੋੜੀ ਚਾਹੀਦੀਆਂ ਜਿਹੜੀਆਂ ਪ੍ਰੋਫਿਟ ਕਮਾ ਕੇ ਦਿੰਦੀਆਂ। ਉਹਨਾਂ ਦਾ ਤਾਂ ਮੇਨ ਟਾਰਗੇਟ ਹੀ ਹੋ ਰਿਹਾ ਦੇਸ਼ ਦੇ ਵਿੱਚ ਅਨਾਰਕੀ ਫੈਲਾਉਣੀ, ਲੋਕਾਂ ਨੂੰ ਭੁੱਖੇ ਨੰਗੇ ਮਾਰਨਾ। ਮੈਂ ਤਾਂ ਆਪ ਇੱਕ ਪਾਲਿਸੀ ਲਈ ਸੀ, ਮੇਰੇ ਇੱਕ ਫਰੈਂਡ ਨੇ ਮੈਨੂੰ ਲੈ ਕੇ ਦਿੱਤੀ ਸੀ ਤੇ ਉਹ ਮੈਨੂੰ ਹੁਣ ਕਹਿੰਦਾ ਸੀ ਵੀ ਲੈ ਲਓ, ਜਿਹੜੇ 4 ਪੈਸੇ ਮਿਲਦੇ ਆ ਮੁੜ ਕੇ ਫੇਰ ਨਾ ਕਿਹੋ ਵੀ ਸਾਡੇ ਭਾਂਡੇ ਮੂੰਹ ਦੇ ਵੱਜਣ ਵਾਲੇ ਆ। ਤੇ ਜਾਣੀ ਕਿ ਜਿਹੜੀ ਲੋਕਾਂ ਦਾ ਜੀਵਨ ਬੀਮਾ ਕਰਦੀ ਸੀ, ਲਾਈਫ ਇੰਸ਼ੋਰੈਂਸ, ਹੁਣ ਉਹ ਖੁਦ ਆਪਦਾ ਜੀਵਨ ਬੀਮਾ ਕਰਾਉਣ ਨੂੰ ਫਿਰਦੇ ਆ ਵੀ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਦਾ ਪਿਆ। ਚਲੋ ਜੀ, ਇਹ ਹੋ ਗਿਆ। ਫਿਰ ਇਹਨਾਂ ਨੇ ਇੱਕ ਸੱਚ ਮੈਂ ਗੱਲ ਦਿਮਾਗ 'ਚ ਆ ਗਈ, ਇੱਕ ਗਿਆ DS ਬਿੰਦਰਾ, ਉਹ ਆ ਹਾਈ ਕੋਰਟ ਦੇ ਵਕੀਲ। ਉਹਨਾਂ ਨੇ ਕੀ ਕੀਤਾ, ਆਪਦਾ ਫਲੈਟ ਵੇਚ ਕੇ ਨਾ ਤੇ ਜਿੰਨੇ ਸ਼ਹੀਨ ਬਾਗ ਦੇ ਵਿੱਚ ਆ ਹੋਰ ਲੋਕ ਵੀ ਉੱਥੇ ਪ੍ਰੋਟੈਸਟ ਕਰਦੇ ਪਏ ਆ, ਉਹਨਾਂ ਵਾਸਤੇ ਉਹ ਲੰਗਰ ਦਾ ਪ੍ਰਬੰਧ ਕਰ ਰਹੇ ਆ। ਪੰਜਾਬ ਤੋਂ ਵੀ ਬੜੇ ਜਿਹੜੇ ਸਿੱਖ ਕਿਸਾਨ ਆ ਉਹ ਗਏ ਆ ਉਹਨਾਂ ਦੇ ਹੱਕ ਦੇ ਵਿੱਚ। ਇਹ ਬੜੀ ਚੰਗੀ ਗੱਲ ਆ, ਜਾਣਾ ਚਾਹੀਦਾ ਆ ਵੀ, ਕਿਉਂਕਿ ਇਸ ਹੋਂਦ ਦਾ ਸਵਾਲ ਖੜਾ ਹੋ ਗਿਆ, ਤੁਹਾਡੇ ਜਿਉਂਦੇ ਹੋਣ ਦਾ ਸਵਾਲ ਬਣ ਗਿਆ ਆ। ਬੀਜੇਪੀ ਤੁਹਾਨੂੰ ਇਹੋ ਜਿਹੇ ਹਿਸਾਬ ਕਿਤਾਬ ਦੇ ਵਿੱਚ ਪਾ ਦਿੱਤਾ ਹੈ ਉਹਨਾਂ ਨੇ ਵੀ ਹੁਣ ਤੁਹਾਨੂੰ ਦੱਸਣਾ ਪੈਣਾ ਆ ਵੀ ਤੁਸੀਂ ਜਿਉਂਦੇ ਆ ਜਾਂ ਨਹੀਂ ਜਿਉਂਦੇ। ਤੇ ਲੋਕ ਗਏ ਆ ਪੰਜਾਬ ਤੋਂ। ਮੈਂ ਤਾਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਆ ਵੀ ਜਿਹੜੇ ਲੋਕ ਅਜੇ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਨਾ ਖਲੋਤੇ ਪ੍ਰੋਟੈਸਟਰਾਂ ਦੇ, ਉਹ ਥੋੜਾ ਬਹੁਤਾ ਨਾ ਵੀ ਆਪਦੇ ਆਪ ਨੂੰ ਹਿਲਾ ਕੇ ਅੰਦਰ ਵੇਖਣ। ਇੱਕ ਜ਼ਮੀਰ ਹੁੰਦੀ ਆ ਬੰਦੇ ਦੇ ਅੰਦਰ, ਤੇ ਕਈ ਵਾਰੀ ਉਹ ਸੁੱਤੀ ਹੁੰਦੀ ਆ, ਕਈ ਵਾਰੀ ਮਰੀ ਹੁੰਦੀ ਆ। ਚੱਲ ਜਿਨ੍ਹਾਂ ਦੀ ਮਰੀ ਆ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ, ਪਰ ਜਿਨ੍ਹਾਂ ਦੀ ਸੁੱਤੀ ਆ ਨਾ ਉਹਨਾਂ ਨੂੰ ਉਠਾ ਲੈਣਾ ਚਾਹੀਦਾ ਆ, ਕਿਉਂਕਿ ਸੁੱਤੀਆਂ ਚੀਜ਼ਾਂ ਉਠਾ ਲੈਣੀਆਂ ਚਾਹੀਦੀਆਂ ਆ ਤੇ ਉਹ ਵਰਕ ਵਧੀਆ ਕਰਦੀਆਂ ਆ। ਤੇ ਚਲੋ ਇਹਨਾਂ ਨੇ
ਬੜਾ ਜ਼ਿਆਦਾ ਝੂਠਾ ਪ੍ਰਾਪੋਗੰਡਾ ਕੀਤਾ ਪਾਕਿਸਤਾਨ ਦੇ ਖਿਲਾਫ, ਵੀ ਪਤਾ ਨਹੀਂ ਵੀ ਜਿਹੜਾ ਬੰਦਾ ਬੀਜੇਪੀ ਨੂੰ ਵੋਟ ਨਾ ਪਾਊਗਾ ਉਹ ਪਾਕਿਸਤਾਨ ਨੂੰ ਵੋਟ ਪਾਊਗਾ। ਇੱਕ ਕੈਗ ਦੀ ਰਿਪੋਰਟ ਆਈ ਹੋਰ, ਉਸ ਰਿਪੋਰਟ ਦੇ ਵਿੱਚ ਕੈਗ ਨੇ ਕਿਹਾ ਆ ਵੀ ਭਾਈ ਜਿਹੜੇ ਇਹ ਰੋਜ਼ ਸਵੇਰੇ ਸ਼ਾਮ ਜਿਹੜਾ ਕਰਦੇ ਹੁੰਦੇ ਨਾ ਬੀਜੇਪੀ ਵਾਲੇ, ਵੀ ਹਮਾਰੇ ਜਵਾਨ ਸਿਆਚਣ में ਲੜ ਰਹੇ हैं, ਇਹਨਾਂ ਨਾਲ ਕੋਈ ਵੀ ਕੋਈ ਤਰਕ ਦੀ ਗੱਲ ਕਰੋ ਨਾ, ਕੋਈ ਲੌਜਿਕ ਵਾਲੀ ਗੱਲ ਕਰੋ ਤੇ ਇਹ ਅੱਗੋਂ ਕਹਿਣ ਕਿ ਹਮਾਰੇ ਜਵਾਨ ਸਿਆਚਣ में ਲੜ ਰਹੇ हैं। ਤੇ ਉਹ ਜਿਹੜੇ ਕੈਗ ਦੀ ਰਿਪੋਰਟ ਆ, ਕੈਗ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਭਾਈ ਜਿਹੜੇ ਸਿਆਚਣ ਦੇ ਵਿੱਚ ਫੌਜੀ ਆ ਨਾ, ਉਹਨਾਂ ਕੋਲ ਤਾਂ ਸ਼ੂ ਵੀ ਹੈ ਨਹੀਂ ਪਾਉਣ ਨੂੰ, ਉਹਨਾਂ ਕੋਲ ਉਹ ਜਿਹੜੀਆਂ ਉਹ ਐਨਕਾਂ ਲਾਉਂਦੇ ਆ, ਮਤਲਬ ਸਨੋ ਦੇ ਵਿੱਚ ਵੇਖਣ ਵਾਲੀਆਂ ਉਹ ਨਹੀਂ ਹੈਗੀਆਂ, ਜਿਹੜੇ ਸਲੀਪਿੰਗ ਬੈਗ ਆ ਉਹ ਨਹੀਂ ਹੈਗੇ, ਬਾਕੀ ਉਹਨਾਂ ਕੋਲ ਫੂਡ ਨਹੀਂ ਪਹੁੰਚ ਰਿਹਾ, ਵੀ ਜਿੰਨੀਆਂ ਕੈਲਰੀ ਉਹਨਾਂ ਨੂੰ ਚਾਹੀਦੀਆਂ ਆ ਉਹ ਵਿਚਾਰੇ ਖਾਣ ਪੀਣ ਤੋਂ ਭੁੱਖੇ ਆ। ਤੇ ਇਧਰ ਤਾਂ ਜਿਵੇਂ ਕਹਿੰਦੇ ਹੁੰਦੇ ਵੀ ਸਵੇਰੇ ਸ਼ਾਮ ਇਹ ਹੁੰਦਾ ਵੀ ਘੁਸ ਕੇ ਮਾरेंगे, ਪਾਕਿਸਤਾਨ ਕੋ ਤੁੰਨ ਦੇਂਗੇ, ਇਹ ਕਰ ਦੇਂਗੇ, ਉਹ ਕਰ ਦੇਂਗੇ। ਪਹਿਲੀ ਤਾਂ ਗੱਲ ਇਹ ਆ ਉਹ ਵੀ ਰੋਟੀ ਤਾਂ ਪੂਰੀ ਦਿਓ ਉਹਨਾਂ ਨੂੰ, ਰੋਟੀ ਤਾਂ ਦਿਓ, ਪਰ ਨਾ ਇਹਨਾਂ ਦੀ ਤਾਂ ਗੱਲਬਾਤ ਹੀ ਹੋ ਰਿਹਾ। ਮੈਂ ਤਾਂ ਪਾਕਿਸਤਾਨ ਵਾਲਿਆਂ ਨੂੰ ਵੀ ਕਹੂੰਗਾ ਵੀ ਯਾਰ ਰੋਟੀ ਜਿਹੜੀਆਂ ਤੁਹਾਡੀਆਂ ਵੱਧ ਜਾਂਦੀਆਂ ਹੁੰਦੀਆਂ ਨਾ ਉਹ ਸੱਟਿਆ ਨਾ ਕਰੋ, ਹੈਗੇ ਤਾਂ ਅਸੀਂ ਆਪਸ ਦੇ ਵਿੱਚ ਭਰਾ ਹੀ ਆ, ਚਲੋ ਕੋਈ ਗੱਲ ਨਹੀਂ। ਇਹ ਬੀਜੇਪੀ ਵਾਲੇ ਤੇ ਹੋਰ ਇਹੋ ਜਿਹੇ ਆ ਕੇ ਇਹੋ ਜਿਹੇ ਮਸਲੇ ਖੜੇ ਕਰਦੇ ਆ, ਜੇ ਤੁਹਾਡੇ ਕੋਲ 4 ਰੋਟੀਆਂ ਵੱਧ ਹੁੰਦੀਆਂ ਤੇ ਦੇ ਦਿਆ ਕਰੋ ਵਿਚਾਰਿਆਂ ਨੂੰ। ਤੇ ਇਹਨਾਂ ਨੇ ਪੂਰਾ ਬੇੜਾ ਗਰਕ ਕੀਤਾ ਆ। ਉਹ ਸ਼ਹੀਨ ਬਾਗ ਦੇ ਵਿੱਚ ਹੀ ਇੱਕ ਬੀਬੀ ਆ ਗੁੰਜਾ ਕਪੂਰ, ਉਹ ਇੱਕ ਯੂਟਿਊਬਰ ਆ, ਉਹ ਨਾ ਉੱਥੇ ਗਈ ਬੁਰਕਾ ਪਾ ਕੇ, ਤੇ ਕਿਉਂਕਿ ਇਹਨਾਂ ਦਾ ਪੂਰਾ ਪ੍ਰਾਪੋਗੰਡਾ ਚੱਲ ਰਿਹਾ ਸੀ, ਇਹ ਮਤਲਬ ਉਹਨਾਂ ਨੂੰ ਸ਼ਹੀਨ ਬਾਗ ਵਾਲਿਆਂ ਨੂੰ ਬਦਨਾਮ ਕਰਨਾ ਚਾਹੁੰਦੇ ਆ। ਸ਼ਹੀਨ ਬਾਗ ਤੋਂ ਇਹਨਾਂ ਨੂੰ ਖਤਰਾ ਆ ਵੀ ਸ਼ਹੀਨ ਬਾਗ ਵਾਲਿਆਂ ਨੂੰ ਵੇਖ ਕੇ ਹੋਰ ਲੋਕ ਮਤਲਬ ਉਹਨਾਂ ਤੋਂ ਇਨਸਪਾਇਰ ਹੋ ਕੇ ਪ੍ਰੋਟੈਸਟ ਕਰ ਰਹੇ ਆ। ਤੇ ਉਹ ਬੀਬੀ ਗੁੰਜਾ ਕਪੂਰ ਉੱਥੇ ਗਈ, ਉਹਦਾ ਮਕਸਦ ਤਾਂ ਇਹ ਸੀ ਵੀ ਕੋਈ ਨਾ ਕੋਈ ਉਹੋ ਜਿਹਾ ਉੱਥੇ ਕੋਈ ਨਾਅਰੇ ਲਾ ਕੇ ਤੇ ਵੀ ਇਹਨਾਂ ਲੋਕਾਂ ਨੂੰ ਬਦਨਾਮ ਕਰੂੰਗੀ, ਪਰ ਉਹ ਉੱਥੇ ਉਹ ਜਦੋਂ ਉਹੋ ਜਿਹੀ ਗੱਲਬਾਤ ਕਰਦੀ ਪਈ ਸੀ ਤੇ ਲੋਕਾਂ ਨੇ ਉਹਨੂੰ ਮਤਲਬ ਘੇਰ ਲਿਆ। ਪਰ ਇਹ ਸੀ ਵੀ ਉਹ ਆਮ ਮੁੰਡਿਆਂ ਦੇ ਜਾਂ ਬੰਦਿਆਂ ਦੇ ਉਹਨਾਂ ਨੇ ਹੱਥ 'ਚ ਉਹਨੂੰ ਨਹੀਂ ਜਾਣ ਦਿੱਤਾ। ਬੀਬੀਆਂ ਨੇ ਉਹਨੂੰ ਬੜੇ ਮਤਲਬ ਪਿਆਰ ਨਾਲ ਸੇਵ ਕੀਤਾ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਹੁਣ ਇਹਨਾਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਆ ਵੀ ਜਿਹੜੇ ਇਹ ਕਹਿੰਦੇ ਆ ਵੀ ਇਹ ਬਿਰਿਆਨੀ ਖਾਣ ਜਾਂਦੇ ਆ ਉੱਥੇ ਜਾਂ 500 ਰੁਪਏ ਪਿੱਛੇ ਪ੍ਰੋਟੈਸਟ ਕਰਦੇ ਆ, ਵੀ ਤੁਸੀਂ ਇਹ ਵੇਖੋ ਵੀ ਉਹ ਲੋਕਾਂ ਦੀ ਕੀ ਅੱਗੋਂ ਤੁਹਾਡੇ ਵਾਸਤੇ ਰਿਸਪੌਂਸ ਕੀ ਆ। ਉੱਥੇ ਇੱਕ ਬੀਬੀ ਵਿਚਾਰੀ ਉਹ ਵੀ ਸੀ ਜਿਹਦਾ ਕੋਈ ਛੋਟਾ ਜਿਹਾ ਬੱਚਾ ਸੀ, ਉਹਦੀ ਉੱਥੇ ਡੈਥ ਹੋ ਗਈ। ਜਾਣੀ ਲੋਕਾਂ ਨੂੰ ਆਪਦੀ ਹੋਂਦ ਦਾ ਖਤਰਾ ਪਿਆ ਹੋਇਆ ਆ ਤੇ ਇਹਨਾਂ ਵਾਸਤੇ ਇਹ ਕੋਈ ਗੱਲਬਾਤ ਹੀ ਨਹੀਂ। ਇਹ ਸੋਚਦੇ ਆ ਜਿਵੇਂ ਆ ਬੀਬੀ ਸ਼ਰਮਾ ਜੀ ਸੀ, ਸਾਡੀ ਭੈਣ ਆ ਸ਼ਰਮਾ ਭੈਣ ਜੀ, ਆ ਕੇ ਪਿਛਲੀ ਵੀਡੀਓ ਤੋਂ ਬੜੇ ਕਮੈਂਟ ਕਰਕੇ ਸੀਏ ਦੇ ਫਾਇਦੇ ਦੱਸਦੇ ਪਏ ਸੀ ਵੀ ਇਹ ਕਿਉਂ ਆ, ਤੇ ਬਦਨਾਮ ਕਰਦੇ ਪਏ ਸੀ ਵੀ ਇਹ ਪਾਕਿਸਤਾਨ ਦੇ ਵਿੱਚ ਆ ਹੁੰਦਾ ਆ ਤੇ ਬੰਗਲਾਦੇਸ਼ 'ਚ ਆ ਹੁੰਦਾ, ਅਫਗਾਨਿਸਤਾਨ ਦੇ ਵਿੱਚ ਆ ਹੁੰਦਾ ਆ। ਤੇ ਸ਼ਰਮਾ ਭੈਣ ਜੀ ਨੂੰ ਪਤਾ ਨਹੀਂ ਵੀ ਇਹ ਇੰਨੇ ਲੋਕ ਤੁਹਾਨੂੰ ਕੀ ਲੱਗਦਾ ਇਹ ਬੇਵਕੂਫ ਆ ਜਿਹੜੇ ਪ੍ਰੋਟੈਸਟ ਕਰਦੇ ਪਏ ਆ। ਜੇ ਇਹ ਸੀਏ ਮੰਨਦੇ ਆ ਵੀ ਉਹ ਚੱਲ ਦੇ ਦੂਗਾ, ਪਰ ਉਹਦੇ ਵਿੱਚ ਵੀ ਤਾਂ ਵਿਤਕਰਾ ਆ ਨਾ ਮੁਸਲਮਾਨਾਂ ਵਾਸਤੇ। ਤੇ ਉਸ ਤੋਂ ਬਾਅਦ ਜਿਹੜੀ NRC ਆ ਉਹਦੀਆਂ ਕੀ ਹੈਗੀਆਂ ਕੰਡੀਸ਼ਨਾਂ, ਵੀ ਜੇ ਕੋਈ ਬੰਦਾ ਦੂਜੇ ਬੰਦੇ ਦੇ ਉੱਤੇ ਸਵਾਲ ਚੁੱਕ ਦੂਗਾ ਵੀ ਨਹੀਂ ਇਹ ਬੰਦਾ ਵੀ ਇੱਥੋਂ ਦਾ ਰਹਿਣ ਵਾਲਾ ਨਹੀਂ, ਤੇ ਉਹ ਸਿਆਪਾ ਪੈ ਜਾਣਾ ਆ। ਤੇ ਜਿਹੜੇ ਆਮ ਲੋਕ ਆ, ਇਹ ਜਿਹੜੇ ਛੋਟੇ ਤਬਕੇ ਦੇ ਲੋਕ ਆ, ਉਹਨਾਂ ਨੂੰ ਮੁਸੀਬਤਾਂ ਪੈਣੀਆਂ ਆ। ਫਿਰ ਉਹਨਾਂ ਦੇ ਜਿਹੜੇ ਕੋਈ 4-4 ਮਰਲੇ ਦੇ ਜਾਂ 6-6 ਮਰਲੇ ਦੇ ਪਲਾਟ ਹੋਣਗੇ ਘਰਾਂ ਦੇ, ਤੇ ਉਹ ਇਲੀਗਲ ਹੋ ਜਾਣੇ ਉਹਨਾਂ ਦੇ, ਉਹ ਮਾਲਕੀ ਤਾਂ ਉਹਨਾਂ ਦੇ ਹੱਥੋਂ ਖੁੱਸ ਜਾਣੀ ਆ ਜੇ ਇਹ ਸਾਰਾ ਕੁਝ ਲਾਗੂ ਹੋ ਜਾਂਦਾ ਆ। ਤੁਸੀਂ ਪਤਾ ਨਹੀਂ ਕਿਹੜੇ ਚਾਅ ਦੇ ਵਿੱਚ ਆ, ਤੁਹਾਨੂੰ ਇਹ ਲੱਗਦਾ ਆ ਵੀ ਖਰੇ ਵੀ ਇਹ ਜੇ ਬਹੁ ਗਿਣਤੀ ਦੀ ਹਉਮੈ ਨੂੰ ਪੱਠੇ ਪਾਉਂਦੀ ਚੀਜ਼ ਆ ਤੇ ਸਾਰਾ ਕੁਝ ਠੀਕ ਆ। ਇਹਦਾ ਮਤਲਬ ਇਹ ਆ ਵੀ ਤੁਹਾਡੇ ਖੂਨ ਦੇ ਵਿੱਚ ਜੈਨੋਸਾਈਡ ਇੰਪਲਸ ਹੈਗੀ ਆ, ਵੀ ਤੁਸੀਂ ਹੋਰ ਲੋਕਾਂ ਨੂੰ, ਹੋਰ ਮਜ਼ਹਬ ਦੇ ਲੋਕਾਂ ਨੂੰ ਦੁਖੀ ਵੇਖ ਕੇ ਤੁਸੀਂ ਖੁਸ਼ ਹੁੰਨੇ ਆ। ਇਹਦਾ ਮਤਲਬ ਤਾਂ ਇਹੋ ਹੀ ਆ ਨਾ। ਇਹੋ ਜਿਹੀਆਂ ਜਿਹੜੀਆਂ ਆਦਤਾਂ ਆ ਉਹਨਾਂ ਨੂੰ ਛੱਡੋ। ਪਰ ਇਹ ਵੇਖੋ ਵੀ ਤੁਸੀਂ ਜਿਨ੍ਹਾਂ ਦੇ ਸਿਰ ਤੇ ਜਿਨ੍ਹਾਂ ਨੂੰ ਹਕੂਮਤ ਦਿੱਤੀ ਹੋਈ ਆ, ਉਹਨਾਂ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ, ਸਭ ਕੁਝ ਵੇਚਣ ਤੇ ਲਾ ਦਿੱਤਾ ਆ। ਜੇ ਹਾਲਾਤ ਬਣਦੇ ਆ ਨਾ ਤੇ ਜ਼ਿਆਦਾਤਰ ਨੁਕਸਾਨ ਤੁਹਾਨੂੰ ਲੋਕਾਂ ਨੂੰ ਹੋਣਾ ਆ, ਜਿਹੜਾ ਸ਼ਹਿਰੀ ਤਬਕਾ ਆ, ਨੌਕਰੀ ਪੇਸ਼ੇ ਵਾਲੇ, ਕਿਉਂਕਿ ਨੌਕਰੀਆਂ ਤਾਂ ਮਿਲਦੀਆਂ ਨਹੀਂ ਪਈਆਂ, ਸਾਰਾ ਕੁਝ ਤਾਂ ਮੂਧਾ ਵੱਜ ਗਿਆ ਆ। ਤੇ ਸ਼ਰਮਾ ਭੈਣ ਜੀ ਤੁਸੀਂ ਵੀ ਹਿਸਾਬ ਕਿਤਾਬ ਲਾ ਲਓ, ਤੁਸੀਂ ਵੀ ਪੜ੍ਹਦੇ ਪਏ ਆ, ਡਿਗਰੀ ਕਰਨੀ ਆ, ਕੋਈ ਜੌਬ ਲੈਣੀ ਆ। ਜੇ ਮੋਦੀ ਸਾਹਿਬ ਹਰੀ ਐਵੇਂ ਦੀਆਂ ਕਰਤੂਤਾਂ ਕਰਦੇ ਰਹੇ ਨਾ ਤੇ ਕੋਈ ਜੌਬ ਜੂਬ ਵਾਲੀ ਗੱਲ ਛੱਡੋ। ਤੁਸੀਂ ਮੁਲਕ ਉਹਦੇ ਹੱਥ ਦੇ ਵਿੱਚ ਦਿੱਤਾ ਹੋਇਆ ਆ ਜਿਹਨੂੰ ਚਾਹ ਪੀ ਕੇ ਤੇ ਜੂਠੇ ਭਾਂਡੇ ਫੜਾਉਣੇ ਸੀ,
ਤੇ ਉਹ ਧੋਂਦਾ ਭਾਂਡੇ ਤੇ ਤੁਸੀਂ ਉਹਦੇ ਹੱਥ ਦੇ ਵਿੱਚ ਮੁਲਕ ਫੜਾ ਦਿੱਤਾ ਆ। ਤੇ ਬਾਕੀ ਚਲੋ ਠੀਕ ਆ, ਕਈ ਗੱਲਾਂ ਹੋਰ ਵੀ ਸੀ। ਇੱਕ ਇਹ ਬੜਾ ਕਹਿੰਦੇ ਆ ਫਿੱਟ ਇੰਡੀਆ, ਫਿੱਟ ਇੰਡੀਆ। ਫਿੱਟ ਇੰਡੀਆ ਕਾਹਦੇ ਨਾਲ ਤੁਸੀਂ ਕਰਨਾ ਆ? ਉਹ ਤਨਖਾਹਾਂ ਦੇਣ ਨੂੰ CRPF ਦੀਆਂ ਪੈਸੇ ਹੈ ਨਹੀਂ, ਖਾਣ ਪੀਣ ਨੂੰ ਪੈਸੇ ਹੈ ਨਹੀਂ। ਉਥੇ ਜਿਹੜੇ ਸਿਆਚਣ ਮੇ ਜੋ ਹਮਾਰੇ ਜਵਾਨ ਲੜ ਰਹੇ ਆ ਉਹਨਾਂ ਨੂੰ ਸਾਰਾ ਕੁਝ ਮਿਲ ਨਹੀਂ ਰਿਹਾ। ਫਿੱਟ ਇੰਡੀਆ ਕਾਹਦੇ? ਭੁੱਖ ਨਾਲ ਫਿੱਟ ਇੰਡੀਆ ਕਰਨਾ ਆ? ਸਾਰੀ ਦੁਨੀਆ ਦੇ ਵਿੱਚ ਤੁਸੀਂ ਮੂੰਹ ਕਾਲਾ ਕਰਾ ਦਿੱਤਾ ਆ। ਜਿਹੜੇ ਤੁਸੀਂ ਯੂਰਪ ਦੇ ਜਿਹੜੇ ਹੈਗੇ ਸੀ ਪਾਰਲੀਮੈਂਟ ਮੈਂਬਰ ਜਿਨ੍ਹਾਂ ਨੂੰ ਸੱਦ ਕੇ ਕਸ਼ਮੀਰ ਵਿਖਾਉਂਦੇ ਪਏ ਸੀ, ਜੇ ਹੁਣ ਉਹ ਤੁਹਾਡੇ ਖਿਲਾਫ ਉੱਥੇ ਰੈਜ਼ੋਲੂਸ਼ਨ ਪਾਸ ਕਰ ਰਹੇ ਤਾਂ ਤੁਸੀਂ ਕਹਿੰਦੇ ਨਹੀਂ ਇਹ ਸਾਡਾ ਇੰਟਰਨਲ ਮਾਮਲਾ ਆ, ਉਹ ਕਿਵੇਂ ਕਰ ਸਕਦੇ ਆ? ਤੇ ਪਹਿਲਾਂ ਉਹਨਾਂ ਨੂੰ ਵੀ ਅੰਬ ਲੈਣ ਨੂੰ ਸੱਦਿਆ ਸੀ, ਉਹਨਾਂ ਨੂੰ ਵਿਖਾਉਣ ਨੂੰ, ਉਦੋਂ ਬੜੇ ਉਹ ਸੱਜੇ ਪੱਟੋਂ ਲੱਗਦੇ ਸੀ। ਕੁੱਲ ਮਿਲਾ ਕੇ ਇਹ ਆ ਵੀ BJP ਬਿਲਕੁਲ ਬੇੜਾ ਗਰਕ ਕਰਨ ਵਾਲੇ ਪਾਸੇ ਜਾ ਰਹੀ ਆ ਤੇ ਤੁਸੀਂ ਅੱਖਾਂ ਬੰਦ ਕਰਕੇ ਉਹਦੀ ਸਪੋਰਟ ਕਰਦੇ ਪਏ ਆ। ਇਹੋ ਜਿਹੇ ਲੋਕ, ਮੈਂ ਤਾਂ ਹੈਰਾਨ ਸੀ ਵੀ ਦਿੱਲੀ ਦੇ ਵਿੱਚ ਵੀ ਕਈ ਇਹੋ ਜਿਹੇ ਆ ਜਿਹੜੇ ਕਹਿੰਦੇ ਪਏ ਆ ਵੀ ਨਹੀਂ ਰਾਸ਼ਟਰਵਾਦ ਸਾਰਿਆਂ ਤੋਂ ਹਾਵੀ ਆ। ਰਾਸ਼ਟਰਵਾਦ ਨਾ ਰੋਟੀ ਦੇ ਨਾਲ ਮਲ ਕੇ ਖਾ ਲਿਓ। ਘਰ ਜਦੋਂ ਦਾਣੇ ਨਾ ਹੋਏ ਤੇ ਐ ਰਾਸ਼ਟਰਵਾਦ ਵੇਖੋ ਨਿਕਲਦਾ ਕਿਵੇਂ। ਸਾਰਿਆਂ ਨਾਲੋਂ ਪਹਿਲਾਂ ਚੀਕਾਂ ਵੀ ਤੁਸੀਂ ਮਾਰਨੀਆਂ ਆ, ਅਸੀਂ ਨਹੀਂ ਮਾਰਨੀਆਂ। ਮੈਂ ਤਾਂ ਕਹਿ ਦਿੱਤਾ ਆ ਵੀ ਕੋਈ ਨਹੀਂ, ਕੋਈ ਗੱਲ ਨਹੀਂ, ਸਬਜ਼ੀਆਂ ਸੂਜੀਆਂ ਆਪਦੀਆਂ ਬੀਜੋ ਸਾਰਾ ਕੁਝ, ਕਿਉਂਕਿ ਆਉਣ ਵਾਲੇ ਦਿਨ ਇਹੋ ਜਿਹੇ ਹੀ ਆ। ਕਪਾਹ ਵੀ ਬੀਜੋ, ਹੋ ਸਕਦਾ ਆ ਘਰ ਹੀ ਚਰਖਾ ਕੱਤ ਕੇ ਕੱਪੜੇ ਪਾਉਣੇ ਪੈਣ, ਗਾਂਧੀ ਵਾਲਾ ਹਿਸਾਬ ਕਿਤਾਬ ਚਲਾਉਣਾ ਪਵੇ। ਜਿਹੋ ਜਿਹੇ ਤੁਹਾਡੇ ਲੱਛਣ ਹੈਗੇ ਆ ਉਹ ਕੰਮ ਇਹੋ ਜਿਹਾ ਹੀ ਬਣਨਾ ਆ। ਤੇ ਬਾਕੀ ਤਾਈ ਜੀ ਨੇ ਬਜਟ ਪੇਸ਼ ਕੀਤਾ ਤੇ ਤਾਈ ਜੀ ਦੇ ਬਜਟ ਤੋਂ ਪਹਿਲਾਂ ਐ ਉਮੀਦਾਂ ਸੀ ਵੀ ਐ ਜਿਵੇਂ ਭੁੱਖਾ ਕੁੱਤਾ ਜੀਭ ਲਮਕਾ ਕੇ ਲਾਣਾ ਸੱਟਦਾ ਹੁੰਦਾ ਆ। ਤੇ ਤਾਈ ਜੀ ਸਾਰਿਆਂ ਦੇ ਹੱਥ ਦੇ ਵਿੱਚ ਛਣਕਣਾ ਫੜਾ ਕੇ 2.5 ਘੰਟੇ ਬੋਲ ਕੇ ਤੇ ਹੋ ਗਏ। ਤਾਈ ਨਿਰਮਲਾ ਜੀ ਆਪਣੇ ਫਾਈਨਾਂਸ ਮਿਨਿਸਟਰ, ਤਾਈ ਜੀ ਨੇ ਹੱਥ 'ਚ ਛਣਕਣਾ ਫੜਾਇਆ ਤੇ ਜਿਹੜਾ ਸ਼ੇਅਰ ਬਾਜ਼ਾਰ ਸੀ, ਸ਼ੇਅਰ ਬਾਜ਼ਾਰ ਦਾ ਪਿੱਤਾ ਪਾਟ ਗਿਆ। ਸ਼ੇਅਰ ਬਾਜ਼ਾਰ ਐਂ ਡਿੱਗਿਆ ਜਿਵੇਂ ਪਾਕਿਸਤਾਨ ਦੇ ਵਿੱਚ ਅਭਿਨੰਦਨ ਦਾ ਫਾਈਟਰ ਜੈਟ ਡਿੱਗਿਆ ਸੀ। ਅਜੇ ਵੀ ਕੁਛ ਸ਼ਰਮ ਨੂੰ ਹੱਥ ਮਾਰੋ ਤੇ ਕਮ ਸੇ ਕਮ ਕੁਛ ਪਾਕਿਸਤਾਨ ਤੋਂ ਹੀ ਸਿੱਖ ਲਓ। ਉਹ ਆਪਦੇ ਮੁਲਕ ਵਾਸਤੇ ਸਾਰਾ ਕੁਝ ਵਧੀਆ ਕਰਦੇ ਪਏ ਆ। ਓਕੇ ਜੀ, ਜਿਉਂਦੇ ਵਸਦੇ ਰਹੋ, ਰੱਬ ਰੱਖਾ। ਫਿਰ ਮਿਲਾਂਗੇ। ਥੋੜਾ ਲੰਮਾ ਹੋ ਗਿਆ, ਇੱਕ ਹਨੇਰਾ ਵੀ ਹੋ ਗਿਆ। ਵੀਡੀਓ ਸਟਾਰਟ ਤਾਂ ਮੈਂ ਚਾਨਣ 'ਚ ਹੀ ਕੀਤੀ ਸੀ ਪਰ ਹਨੇਰਾ ਹੋ ਗਿਆ, ਲੰਮਾ ਹੋ ਗਿਆ ਕੰਮ। ਓਕੇ, ਜਿਉਂਦੇ ਵਸਦੇ ਰਹੋ, ਰੱਬ ਰੱਖਾ। ਤੇ ਜਿਹੜੇ ਆ ਗੋਬਰ ਗਰਧਾਰੀ ਆ, ਚੱਡੀ ਧਾਰੀ, ਗੋਬਰ ਗਰਧਾਰੀ ਚੱਡੀ ਧਾਰੀ, ਕੁਛ ਨਾ ਕੁਛ ਅਕਲ ਨੂੰ ਹੱਥ ਮਾਰੋ ਤੇ ਲੋਕਾਂ ਨੂੰ ਜਿਉਂਦੇ ਵਸਦੇ ਰਹਿਣ ਦਿਓ। ਓਕੇ ਜੀ, ਰੱਬ ਰੱਖਾ।